ਅੱਜ ਇੱਥੇ ਚਿਲਡਰਨ ਪਾਰਕ ਵਿਖੇ ਸੀਟੂ ਨਾਲ ਸੰਬੰਧਿਤ ਸਾਰੀਆਂ ਜਥੇਬੰਦੀਆਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਰਾਸ਼ਟਰ ਵਿਰੋਧੀ ਲੋਕ ਮਾਰੂ ਕਿਸਾਨ ਮਜ਼ਦੂਰ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਖਿਲਾਫ ਅਤੇ ਨਿੱਜੀਕਰਨ ਉਦਾਰੀਕਰਨ ਵਿਸ਼ਵੀਕਰਨ ਕਾਰਪੋਰੇਟ ਪੱਖੀ ਨੀਤੀਆਂ ਦੇ ਖਿਲਾਫ 28 ਅਤੇ 29 ਮਾਰਚ ਦੀ 2 ਰੋਜ਼ਾ ਦੇਸ਼ ਵਿਆਪੀ ਹੜਤਾਲ ਨੂੰ ਸਫਲ ਬਣਾਉਣ ਲਈ ਮੁਕੰਮਲ ਕੰਮ ਬੰਦ ਕਰਕੇ ਭਾਰੀ ਇਕੱਠ ਕੀਤਾ ਗਿਆ। ਇਸ ਸਮੇਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਅੱਜ ਅਮੀਰ ਅਤੇ ਗਰੀਬ ਦਾ ਪਾੜਾ ਲਗਾਤਾਰ ਵਧ ਰਿਹਾ ਹੈ। ਪੈਟਰੋਲ ਡੀਜ਼ਲ ਅਤੇ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਬੇਹਿਸਾਬ ਵਾਧਾ ਜਾਰੀ ਹੈ। ਅੱਜ ਆਮ ਇਨਸਾਨ ਲਈ ਪਰਿਵਾਰ ਦਾ ਗੁਜ਼ਾਰਾ ਮੁਸ਼ਕਿਲ ਹੋ ਗਿਆ ਹੈ। ਨਿੱਜੀਕਰਨ ਅਤੇ ਨਿਗਮੀਕਰਨ ਉਦਾਰਵਾਦੀ ਨੀਤੀਆਂ ਕਾਰਨ ਅਤੇ ਕੋਰੋਨਾ ਮਹਾਮਾਰੀ ਕਾਰਨ 2 ਕਰੋੜ 20 ਲੱਖ ਲੋਕਾਂ ਦਾ ਰੁਜ਼ਗਾਰ ਖੁੱਸ ਗਿਆ ਹੈ। ਅੱਜ ਦੇਸ਼ ਵਿੱਚ ਬੇਰੁਜ਼ਗਾਰੀ ਵੱਡੇ ਪੱਧਰ ਤੇ ਫੈਲ ਰਹੀ ਹੈ, ਜਿਸ ਨਾਲ ਦੇਸ਼ ਦੀ ਕੁੱਲ ਆਬਾਦੀ ਦਾ ਅੱਧ ਤੋਂ ਵੱਧ ਹਿੱਸਾ ਗਰੀਬੀ ਰੇਖਾ ਤੋਂ ਹੇਠਾਂ ਚਲਾ ਗਿਆ ਹੈ। ਲੋਕ ਗੁਰਬਤ ਜ਼ਿੰਦਗੀ ਜਿਉਣ ਲਈ ਮਜਬੂਰ ਹਨ, ਜਦੋਂ ਕਿ ਇਸ ਦੌਰਾਨ ਵੱਡੇ ਕਾਰਪੋਰੇਟ ਘਰਾਣਿਆਂ ਦੀਆਂ ਜਾਇਦਾਦਾਂ ਜੋ ਪਹਿਲਾਂ 23.5% ਸਨ, ਜੋ ਵੱਧ ਕੇ 53.6% ਤੱਕ ਦਾ ਵਾਧਾ ਹੋਇਆ ਹੈ। ਫਿਰਕਾਪ੍ਰਸਤ ਤਾਕਤਾਂ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾ ਕੇ ਧਰਮ ਨਿਰਪੱਖ ਦੇਸ਼ ਲਈ ਖਤਰਾ ਪੈਦਾ ਕਰ ਰਹੀਆਂ ਹਨ। ਕਿਰਤ ਵਿਰੋਧੀ 4 ਲੇਬਰ ਕੋਡ ਦੇ ਸੰਬੰਧ ਵਿੱਚ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਪੱਖੀ ਕਿਰਤ ਕਾਨੂੰਨ ਭਾਵੇਂ ਅਜੇ ਤੱਕ ਲਾਗੂ ਨਹੀਂ ਕੀਤੇ ਗਏ, ਪਰ ਕੇਂਦਰ ਸਰਕਾਰ ਇਹ ਲੇਬਰ ਕੋਡ ਲਾਗੂ ਕਰਨ ਲਈ ਦਾਅ ਪੇਚ ਖੇਡ ਰਹੀ ਹੈ ਕਿ ਜਦੋਂ ਵੀ ਮਜ਼ਦੂਰ ਸੰਘਰਸ਼ਾਂ ਤੋਂ ਅਵੇਸਲੇ ਹੋਏ ਤਾਂ ਇਹ ਕੋਡ ਜਲਦ ਹੀ ਲਾਗੂ ਕਰਕੇ ਮਜ਼ਦੂਰ ਦੀ ਲੁੱਟ ਦਾ ਰਾਹ ਪੱਧਰਾ ਕੀਤਾ ਜਾਵੇਗਾ ਤਾਂ ਜੋ ਮਜ਼ਦੂਰ ਜਮਾਤ ਨੂੰ ਗੁਲਾਮ ਬਣਾਇਆ ਜਾ ਸਕੇ। ਇਸ ਲਈ ਕਿਰਤ ਵਿਰੋਧੀ 4 ਕੋਡ ਰੱਦ ਹੋਣ ਤੱਕ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਸਰਕਾਰ ਤੋਂ ਮੰਗ ਕੀਤੀ ਕਿ ਘੱਟੋ ਘੱਟ ਉਜਰਤ 26,000 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ। ਰੋਕੀਆਂ ਹੋਈਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਲਦ ਜਾਰੀ ਕਰੋ। ਮਜ਼ਦੂਰ ਵਿਰੋਧੀ 4 ਲੇਬਰ ਕੋਡ ਰੱਦ ਕਰੋ। ਗੈਰ ਕਾਨੂੰਨੀ ਠੇਕੇਦਾਰੀ ਪ੍ਰਬੰਧ ਬੰਦ ਕੀਤਾ ਜਾਵੇ। ਆਂਗਣਵਾੜੀ ਸਮੇਤ ਸਾਰੇ ਸਕੀਮ ਵਰਕਰਾਂ ਨੂੰ ਰੈਗੂਲਰ ਪੱਕਾ ਭਰਤੀ ਕੀਤਾ ਜਾਵੇ। EPF ਦੀ ਮਹੀਨਾਵਾਰੀ ਪੈਨਸ਼ਨ 10,000 ਰੁਪਏ ਕੀਤੀ ਜਾਵੇ। ਆਮਦਨ ਟੈਕਸ ਦੇ ਘੇਰੇ ਤੋਂ ਬਾਹਰਲੇ ਹਰ ਪਰਿਵਾਰ ਲਈ 7500 ਰੁਪਏ ਮਹੀਨਾ ਨਗਦ ਅਤੇ ਮੁਫਤ ਅਨਾਜ ਦਿੱਤਾ ਜਾਵੇ। ਨਿੱਜੀਕਰਨ ਬੰਦ ਕਰਕੇ ਜਨਤਕ ਖੇਤਰ ਦਾ ਵਿਸਥਾਰ ਕੀਤਾ ਜਾਵੇ। ਇਸ ਸਮੇਂ ਸ਼ਹਿਰ ਵਿੱਚ ਰੋਸ ਮਾਰਚ ਕਰਕੇ ਲੋਕ ਬਚਾਓ ਦੇਸ਼ ਬਚਾਓ ਦਾ ਨਾਅਰਾ ਦਿੱਤਾ ਅਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਬਠਿੰਡਾ ਤੋਂ ਸੋਨੀ ਠਾਕੁਰ ਦੀ ਰਿਪੋਰਟ। ਕੀ ਨਾਮ ਹੈ ਜੀ? ਹਾਂਜੀ, ਮੇਰਾ ਨਾਮ ਪ੍ਰਤਿਭਾ ਸ਼ਰਮਾ, ਆਂਗਨਵਾੜੀ ਮੁਲਾਜ਼ਮ ਯੂਨੀਅਨ ਸੀਟੂ। ਜਿਹੜਾ ਤੁਸੀਂ ਪ੍ਰਦਰਸ਼ਨ ਕਰਨ ਜਾ ਰਹੇ ਹੋ, ਕੀ ਕਾਰਨ ਹੈ ਜੀ ਉਹਦਾ? ਹਾਂਜੀ, ਅੱਜ ਸਾਡੇ ਇੱਥੇ ਨਾ ਟ੍ਰੇਡ ਯੂਨੀਅਨ ਜਥੇਬੰਦੀ ਦੀ ਸਾਮੂਹਿਕ ਹੜਤਾਲ ਕੀਤੀ ਗਈ ਹੈ, ਜਿਹਦੇ 'ਚ ਅਲੱਗ-ਅਲੱਗ ਜਥੇਬੰਦੀਆਂ ਇੱਥੇ ਸ਼ਾਮਿਲ ਹੋਈਆਂ, ਜਿਹਦੇ 'ਚ ਕਿਸਾਨ ਯੂਨੀਅਨ ਹੋ ਗਏ, ਆਂਗਨਵਾੜੀ, ਮਿਡ ਡੇ ਮੀਲ, ਆਸ਼ਾ ਵਰਕਰਾਂ, ਇਹ ਸਾਰੇ ਜਿਹੜੇ ਹੈਗੇ ਨੇ ਸਾਰੇ ਇੱਥੇ ਇਕੱਠੇ ਹੋਏ ਆ ਸਾਮੂਹਿਕ ਹੜਤਾਲ ਲਈ। ਤੇ ਅੱਜ ਅਸੀਂ ਇੱਥੇ ਮਾਰਚ ਕਰਾਂਗੇ ਤੇ ਆਪਣਾ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਇਹ ਦਿਖਾਵਾਂਗੇ ਵੀ ਜਿਹੜੇ ਕੱਚੇ ਮੁਲਾਜ਼ਮ ਉਹਨਾਂ ਨੂੰ ਪੱਕਾ ਕੀਤਾ ਜਾਵੇ, ਜਿਹੜੇ ਆਂਗਨਵਾੜੀ ਵਰਕਰਾਂ ਹੈਗੇ ਆ ਉਹਨਾਂ ਨੂੰ ਵੀ ਦਾਇਰੇ ਦੇ ਵਿੱਚ ਲਾਇਆ ਜਾਵੇ ਤੇ ਉਹਨਾਂ ਦੀ ਜਿਹੜੀ ਲਗਭਗ ਸੈਲਰੀ ਆ ਉਹ ਵਧਾ ਕੇ 24,000 ਕੀਤੀ ਜਾਵੇ, ਕਿਉਂਕਿ ਕਈ ਸਾਲਾਂ ਤੋਂ ਜਿਹੜੇ ਆਂਗਨਵਾੜੀ ਵਰਕਰਾਂ ਹੈਗੀਆਂ ਨੇ ਕੰਮ ਕਰ ਰਹੀਆਂ, ਲੇਕਿਨ ਉਹਨੂੰ ਵਾਧੂ ਘੱਟ ਸਮਾਨ ਦਾ ਕੋਈ ਪੈਸਾ ਨਹੀਂ ਦਿੱਤਾ ਜਾਂਦਾ, ਨਾ ਉਹਨਾਂ ਨੂੰ ਕੰਮ ਦਾ ਪੈਸਾ ਦਿੱਤਾ ਜਾਂਦਾ। ਇਸ ਕਰਕੇ ਅਸੀਂ ਸਰਕਾਰ ਤੋਂ ਬੇਨਤੀ ਕਰਦੇ ਹਾਂ ਕਿ ਵੀ ਜਿਹੜੇ ਵੀ ਆ ਕੱਚੇ ਮੁਲਾਜ਼ਮ ਇਹਨਾਂ ਨੂੰ ਪੱਕਾ ਕੀਤਾ ਜਾਵੇ। ਜੇਕਰ ਤੁਹਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਫਿਰ ਅਸੀਂ ਇੱਕ ਵਾਰ ਇਹ ਦੇਖਦੇ ਵੀ ਸਰਕਾਰ ਹਜੇ ਨਵੀਂ ਬਦਲੀ ਹੈ, ਦੇਖਦੇ ਵੀ ਕੀ ਸਾਡੇ ਹੱਕ 'ਚ ਫੈਸਲੇ ਕਰਦੀ ਹੈ। ਜੇ ਸਰਕਾਰ ਸਾਡੇ ਹੱਕਾਂ 'ਚ ਫੈਸਲੇ ਨਹੀਂ ਕਰੇਗੀ ਫਿਰ ਲੋਕਾਂ ਨੂੰ ਫਿਰ ਸੜਕਾਂ 'ਤੇ ਉਤਰਨਾ ਪਊਗਾ, ਲੇਕਿਨ ਉਮੀਦ ਕਰਦੇ ਆ ਵੀ ਇਹ ਜਿਹੜੀ ਨਵੀਂ ਸਰਕਾਰ ਬਣੀ ਹੈ ਸਾਡੇ ਹੱਕ 'ਚ ਫੈਸਲੇ ਜ਼ਰੂਰ ਕਰੂਗੀ, ਉਮੀਦ ਰੱਖਦੇ ਹਾਂ। ਜੇ ਇਹ ਸਾਡੇ ਹੱਕ 'ਚ ਫੈਸਲੇ ਨਹੀਂ ਕਰੂਗੀ ਤੇ ਫਿਰ ਉਹੀ ਜਿਹੜੇ ਕੱਚੇ ਮੁਲਾਜ਼ਮ ਹੈ, ਆਂਗਨਵਾੜੀ ਵਰਕਰ ਹੈ, ਮਿਡ ਡੇ ਮੀਲ ਹੈ, ਜੋ ਵੀ ਹੈ ਵੀ ਸਾਰੇ ਸੜਕਾਂ 'ਤੇ ਧਰਨਿਆਂ 'ਤੇ ਉਤਰਨਗੇ। ਜਿਹੜਾ ਸਾਡਾ ਰੋਸ ਪ੍ਰਦਰਸ਼ਨ ਹੈ ਜਾਂ ਕੋਈ ਵੀ ਉਹ ਹੁੰਦਾ ਜਥੇਬੰਦੀ ਵੱਲੋਂ ਕੀਤਾ ਜਾਂਦਾ ਅਸੀਂ ਉਹਨੂੰ ਹੋਰ ਰੋਸ ਤੇਜ਼ ਕਰਾਂਗੇ। ਕੀ ਨਾਮ ਹੈ ਬਾਈ ਜੀ? ਜਿਹੜਾ ਅੱਜ ਦਾ ਪ੍ਰੋਗਰਾਮ ਲਿਖਿਆ ਗਿਆ ਤੇ ਕੀ ਹੈ ਜੀ? ਮੇਰਾ ਨਾਮ ਬਲਕਾਰ ਸਿੰਘ ਹੈ, ਸੂਬਾ ਮੀਤ ਪ੍ਰਧਾਨ ਸੀਟੂ। ਤੇ ਅੱਜ ਅਸੀਂ ਜ਼ਿਲ੍ਹਾ ਬਠਿੰਡਾ ਦੇ ਵਿੱਚ ਸਾਡੀ ਦੇਸ਼ ਵਿਆਪੀ 2 ਦਿਨ 28 ਤੇ 29 ਮਾਰਚ ਦੀ ਜਿਹੜੀ ਹੜਤਾਲ ਹੈ ਉਹਨੂੰ ਮੁਕੰਮਲ ਹੜਤਾਲ ਕਰਕੇ ਕਰਨ ਜਾ ਰਹੇ ਹਾਂ। ਕਿਸ ਤਰ੍ਹਾਂ ਪ੍ਰੋਗਰਾਮ ਰੱਖਿਆ ਗਿਆ? ਪ੍ਰੋਗਰਾਮ ਅੱਜ ਸਾਡਾ ਇਹ ਪੂਰੇ ਦੇਸ਼ ਦੇ ਵਿੱਚ ਕੇਂਦਰ ਸਰਕਾਰ ਦੀਆਂ, ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ, ਮਜ਼ਦੂਰ, ਮੁਲਾਜ਼ਮ, ਕਿਸਾਨ ਵਿਰੋਧੀ ਨੀਤੀਆਂ ਦੇ ਖਿਲਾਫ ਅੱਜ ਅਸੀਂ ਅੱਜ ਦੀ ਜਿਹੜੀ ਸੰਕੇਤਕ ਹੜਤਾਲ ਹੈ 2 ਦਿਨਾਂ ਦੀ ਅਸੀਂ ਕਰਨ ਜਾ ਰਹੇ ਹਾਂ। ਕਿਹੜੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ? ਮੰਗ ਦੇਖੋ ਜੀ, ਪਹਿਲਾਂ ਤਾਂ ਸਾਡੀ ਮੰਗ ਮਹਿੰਗਾਈ ਦੇ ਖਿਲਾਫ ਹੈ। ਅੱਜ ਜਿਸ ਕਦਰ ਮਹਿੰਗਾਈ ਵੱਧ ਰਹੀ ਆ
ਰੋਜ਼ਮਰਾ ਦੀਆਂ ਆਮ ਇਨਸਾਨ ਰੋਜ਼ਮਰਾ ਦੀਆਂ ਜਿਹੜੀਆਂ ਚੀਜ਼ਾਂ ਡੀਜ਼ਲ ਪੈਟਰੋਲ ਤੋਂ ਲੈ ਕੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਵਸਤਾਂ ਦੀ ਮਹਿੰਗਾਈ ਵੱਧ ਰਹੀ ਆ, ਉਹਦੇ ਵਾਸਤੇ ਪੂਰਨ ਤੌਰ ਤੇ ਸਰਕਾਰਾਂ ਜ਼ਿੰਮੇਦਾਰ ਹੈ। ਤੇ ਅਸੀਂ ਇਹ ਚਾਹੁੰਦੇ ਹਾਂ ਵੀ ਲੋਕਾਂ ਨੂੰ ਇਹਦੇ ਵਿੱਚ ਰਾਹਤ ਦਿੱਤੀ ਜਾਵੇ। ਸਰਕਾਰਾਂ ਨੇ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦਾ, ਵੱਡੇ ਵੱਡੇ ਪੂੰਜੀਪਤੀਆਂ ਦਾ ਜਿਹੜਾ ਕਰਜ਼ਾ, ਵੱਡੇ ਕਰਜ਼ਦਾਰਾਂ ਦਾ ਕਰਜ਼ਾ ਮਾਫ ਕੀਤਾ। ਉਹ ਸਾਰਾ ਇਹ ਕਾਰਨ ਬਣਦਾ ਵੀ ਮਹਿੰਗਾਈ ਲੋਕਾਂ ਤੇ ਵਧੀ ਹੈ। ਆਮ ਲੋਕ ਅੱਜ ਦੇਸ਼ ਦੇ ਵਿੱਚ ਇੰਨੀ ਗਰੀਬੀ ਜਿਹੜੀ ਹੈ, ਗੁਰਬਤ ਦੀ ਲੋਕ ਜ਼ਿੰਦਗੀ ਜਿਹੜੀ ਬਸਰ ਕਰ ਰਹੇ ਆ। ਕਾਰਪੋਰੇਟ ਘਰਾਣਿਆਂ ਦਾ 23% ਤੋਂ ਲੈ ਕੇ 53% ਤੱਕ ਦਾ ਜਿਹੜਾ ਉਹਨਾਂ ਦੀਆਂ ਜਾਇਦਾਦਾਂ ਦੇ ਵਿੱਚ ਮੁਨਾਫਾ ਹੋਇਆ। ਆਮ ਲੋਕ ਅੱਜ ਰੋਟੀ ਤੋਂ ਮੁਹਤਾਜ ਹੋ ਗਏ ਆ। ਭਾਵੇਂ ਅੱਜ ਨੋਟਬੰਦੀ, GST, ਭਾਵੇਂ ਕਰੋਨਾ ਮਹਾਮਾਰੀ ਨੇ ਅੱਜ ਅੱਧ ਤੋਂ ਵੱਧ ਲੋਕ ਸਾਡੇ ਜਿਹੜੇ ਗਰੀਬੀ ਰੇਖਾ ਤੋਂ ਜਿਹੜੇ ਹੇਠਾਂ ਆ ਗਏ ਆ। ਤੇ ਇਸੇ ਕਰਕੇ ਸਾਡਾ ਅੱਜ ਦਾ ਪ੍ਰੋਗਰਾਮ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਆ, ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦੇ ਖਿਲਾਫ ਆ, ਸਮਰਾਏਦਾਰ ਪੱਖੀ ਨੀਤੀਆਂ ਦੇ ਖਿਲਾਫ ਆ। ਔਰ ਦੂਜੀ ਗੱਲ, ਜਿਹੜੇ 44 ਲੇਬਰ ਕਿਰਤ ਕਾਨੂੰਨ ਸੀਗੇ, ਜਿਹੜੇ ਇੰਡਸਟਰੀਆਂ ਦੇ ਵਿੱਚ ਵਰਕਰ ਕੰਮ ਕਰਦੇ ਆ, ਉਹਨਾਂ ਦੇ ਉੱਤੇ 44 ਲੇਬਰ ਕਾਨੂੰਨ ਲਾਗੂ ਹੁੰਦੇ ਆ ਜਿਹੜੇ ਉਹਨਾਂ ਦੀ ਰੱਖਿਆ ਕਰਦੇ ਆ। ਤੇ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਸਹਿ ਤੇ ਉਹਨਾਂ ਨੂੰ 44 ਲੇਬਰ ਕਾਨੂੰਨਾਂ ਨੂੰ ਖਤਮ ਕਰਕੇ 4 ਕੋਡ ਦੇ ਵਿੱਚ ਤਬਦੀਲ ਕਰਨ ਜਾ ਰਹੀ ਹੈ। ਇਸੇ ਕਰਕੇ ਸਾਡੀਆਂ ਸੰਘਰਸ਼ਸ਼ੀਲ ਜਥੇਬੰਦੀਆਂ, ਸੰਯੁਕਤ ਕਿਸਾਨ ਮੋਰਚੇ ਦਾ ਵੀ ਸਾਨੂੰ ਹਮਾਇਤ, ਅੱਜ ਦੇ ਜਿਹੜੇ 2 ਦਿਨਾਂ ਸਾਡੀ ਹੜਤਾਲ ਆ, ਸੰਯੁਕਤ ਕਿਸਾਨ ਮੋਰਚੇ ਨੇ ਵੀ ਇਹਦੀ ਹਮਾਇਤ ਕੀਤੀ ਹੈ। ਉਹ ਵੀ ਸਾਡੇ ਨਾਲ ਪਹੁੰਚ ਰਹੇ ਆ। ਤੇ ਅਸੀਂ ਉਹ ਲੇਬਰ ਜਿਹੜੇ ਕੋਡ ਹੈ, ਹਰ ਹਾਲਤ ਦੇ ਵਿੱਚ ਅਸੀਂ ਉਹ ਲੇਬਰ ਕੋਡ ਹੈ ਜਿਹੜੇ ਉਹ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਵਾਂਗੇ। ਉਹਨਾਂ ਨੂੰ ਰੱਦ ਕਰਵਾ ਕੇ ਰਵਾਂਗੇ। ਜਿੰਨਾ ਚਿਰ ਸਰਕਾਰ ਲੇਬਰ ਵਿਰੋਧੀ ਕਿਰਤ ਕਾਨੂੰਨ ਨੂੰ ਰੱਦ ਨਹੀਂ ਕਰਦੀ, ਤਾਂ ਅਸੀਂ ਸਾਡੇ ਜਿਹੜੇ ਧਰਨੇ ਆ ਉਹ ਇਸੇ ਤਰ੍ਹਾਂ ਜਾਰੀ ਰਹਿਣਗੇ। ਇਹ ਸਾਡੀ ਅੱਜ ਦੀ ਇਹ ਸ਼ੁਰੂਆਤ ਹੈ।